ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਨੈਕਸਟ ਕਲਾਸ ਦੇ ਵਿੱਚ। ਬੇਟਾ ਉਮੀਦ ਹੈ ਤੁਸੀਂ ਪਿਛਲਾ ਕੰਮ ਜਿਹੜਾ ਹੈਗਾ ਨਾਲ ਕਰੀ ਜਾ ਰਹੇ ਹੋ। ਅੱਜ ਆਪਣੇ ਕੋਲ ਯੂਨਿਟ ਨੰਬਰ ਜਿਹੜੀ ਹੈਗੀ ਹੈ 3rd ਹੈ, ਉਹਦਾ ਲਾਸਟ ਟੌਪਿਕ ਸਾਡੇ ਕੋਲ ਹੈਗੇ ਨੇ। ਇਸ ਨਾਲ ਸਾਡੀ ਯੂਨਿਟ ਨੰਬਰ 3 ਪੂਰੀ ਹੋ ਜੂਗੀ। ਤਾਂ ਲਾਸਟ ਟੌਪਿਕ ਜਿਹੜਾ ਸਾਡੇ ਕੋਲ ਹੈਗਾ ਉਹ ਹੈਗਾ ਡਾਇਨਾਮਿਕਸ ਆਫ ਨੋਨ ਯੂਨੀਫਾਰਮ ਸਰਕੂਲਰ ਮੋਸ਼ਨ। ਹੁਣ ਯੂਨੀਫਾਰਮ ਦਾ ਮਤਲਬ ਕੀ ਹੁੰਦਾ, ਜਿਹਦੇ ਵਿੱਚ ਵੈਲੋਸਿਟੀ ਜਿਹੜੀ ਹੈਗੀ ਆ ਉਹ ਚੇਂਜ ਨਹੀਂ ਹੁੰਦੀ, ਹੈ ਨਾ। ਤੇ ਨॉन यूनिफॉर्म ਕਿਹੜਾ ਹੋ ਗਿਆ, ਜਿਹਦੇ ਵਿੱਚ ਵੈਲੋਸਿਟੀ ਕੀ ਹੈ ਬੋਡੀ ਦੀ ਉਹ ਚੇਂਜ ਹੋਊਗੀ। ਠੀਕ ਹੈ ਜੀ। ਨॉन यूनिफॉर्म ਤੇ यूनिफॉर्म ਬਾਰੇ ਆਪਾਂ ਨੂੰ ਡਿਫਰੈਂਸ ਪਤਾ ਹੈ। यूनिफॉर्म ਜਿਹਦੇ ਵਿੱਚ ਬੋਡੀ ਇਕੁਅਲ ਡਿਸਟੈਂਸ ਕਵਰ ਕਰਦੀ ਹੈ ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ। ਵੈਨ ਇਹ ਕਹਿੰਦਾ ਪਾਰਟੀਕਲ ਇਜ਼ ਮੂਵਡ ਇਨ ਅ ਸਰਕਲ ਅੰਡਰ ਦ ਐਕਸ਼ਨ ਆਫ ਟਾਰਕ ਇਟ acquire an angular acceleration, angular velocity of the particle and hence its angular momentum will change। ਹੁਣ ਇਹਦੇ ਵਿੱਚ ਕੀ ਹੈ, ਬੋਡੀ ਸਰਕੂਲਰ ਮੋਸ਼ਨ ਕਰ ਰਹੀ ਹੈ ਤੇ ਸਰਕੂਲਰ ਮੋਸ਼ਨ ਕਰਨ ਵਾਸਤੇ ਜਿਹੜੀ ਫੋਰਸ ਹੁੰਦੀ ਉਹਨੂੰ ਆਪਾਂ ਕੀ ਬੋਲਦੇ ਹੁੰਦੇ ਆ, ਟਾਰਕ ਬੋਲਦੇ ਹੁੰਦੇ ਆ। ਇਨ ਦ ਲੀਨੀਅਰ ਮੋਸ਼ਨ 'ਚ ਫੋਰਸ ਨੂੰ ਫੋਰਸ ਕਹਿੰਦੇ ਆ, ਸਰਕੂਲਰ ਮੋਸ਼ਨ 'ਚ ਜਿਹੜੀ ਫੋਰਸ ਨੂੰ ਘੁਮਾਉਣ ਦੇ ਕੰਮ ਆਉਂਦੀ ਉਹਨੂੰ ਆਪਾਂ ਟਾਰਕ ਕਹਿੰਦੇ ਆ। ਇਫ ਇਟ ਇਕਵਾਇਰ, ਜਦੋਂ ਟਾਰਕ ਲੱਗੂਗਾ ਤਾਂ ਇੱਕ ਫੋਰਸ ਲੱਗੂਗੀ ਤਾਂ ਐਂਗੂਲਰ, ਜਿਵੇਂ ਸਿੰਪਲ ਲੀਨੀਅਰ ਮੋਸ਼ਨ 'ਚ ਫੋਰਸ ਲੱਗਦੀ ਹੈ ਤਾਂ ਲੀਨੀਅਰ ਐਕਸਲਰੇਸ਼ਨ ਹੁੰਦਾ। ਜੇ ਸਰਕੂਲਰ ਮੋਸ਼ਨ 'ਚ ਟਾਰਕ ਲੱਗੂਗਾ ਤਾਂ ਐਂਗੂਲਰ ਐਕਸਲਰੇਸ਼ਨ ਆਊਗਾ। ਐਂਗੂਲਰ ਵੈਲੋਸਿਟੀ ਹੋਊਗੀ, ਐਕਸਲਰੇਸ਼ਨ ਦਾ ਮਤਲਬ ਵੈਲੋਸਿਟੀ ਹੈ, ਹੈਂਸ ਇਟਸ ਐਂਗੂਲਰ ਮੋਮੈਂਟਮ ਵਿਲ ਬੀ ਚੇਂਜ, ਤਾਂ ਉਹਦਾ ਐਂਗੂਲਰ ਮੋਮੈਂਟਮ ਬਦਲੂਗਾ। ਆਲਸੋ ਦ ਲੀਨੀਅਰ ਵੈਲੋਸਿਟੀ, ਲੀਨੀਅਰ ਮੋਮੈਂਟਮ ਐਂਡ ਕਨੈਟਿਕ ਐਨਰਜੀ ਆਲਸੋ ਚੇਂਜ। ਠੀਕ ਹੈ। ਜੇ ਐਂਗੂਲਰ ਐਕਸਲਰੇਸ਼ਨ ਚੇਂਜ ਹੋ ਰਿਹਾ, ਉਹਦੇ ਨਾਲ ਮਤਲਬ ਐਂਗੂਲਰ ਐਕਸਲਰੇਸ਼ਨ ਕਿਉਂ ਹੈ? ਐਕਸਲਰੇਸ਼ਨ ਦੀ ਡੈਫੀਨੇਸ਼ਨ ਕੀ ਹੈ? ਰੇਟ ਆਫ ਚੇਂਜ ਆਫ ਵੈਲੋਸਿਟੀ, ਮਤਲਬ ਵੈਲੋਸਿਟੀ ਚੇਂਜ ਹੋ ਰਹੀ ਹੈ। ਜੇ ਵੈਲੋਸਿਟੀ ਚੇਂਜ ਹੋ ਰਹੀ ਹੈ ਤਾਂ ਮੋਮੈਂਟਮ ਇਜ਼ ਇਕੁਅਲ ਟੂ ਹੁੰਦਾ ਮਾਸ ਇਨਟੂ ਵੈਲੋਸਿਟੀ, ਮਤਲਬ ਐਕਸਲਰੇਸ਼ਨ ਹੈ ਤਾਂ ਦੈਟ ਮੀਨਸ ਵੈਲੋਸਿਟੀ ਚੇਂਜ ਹੋ ਰਹੀ ਹੈ ਬੋਡੀ ਦੀ ਲਗਾਤਾਰ। ਜੇ ਵੈਲੋਸਿਟੀ ਚੇਂਜ ਹੋ ਰਹੀ ਹੈ ਮਤਲਬ ਉਹਦਾ ਮੋਮੈਂਟਮ ਚੇਂਜ ਹੋ ਰਿਹਾ, ਐਂਗੂਲਰ ਮੋਸ਼ਨ ਦੇ ਵਿੱਚ ਵੀ ਤੇ ਲੀਨੀਅਰ ਮੋਸ਼ਨ ਦੇ ਵਿੱਚ ਵੀ। ਸੱਚ ਮੋਸ਼ਨ ਇਜ਼ ਦੇਅਰਫੋਰ ਕਾਲਡ ਨॉन यूनिफॉर्म ਸਰਕੂਲਰ ਮੋਸ਼ਨ। ਇਸੇ ਕਰਕੇ ਇਹਦਾ ਨਾਮ ਕੀ ਹੈ, ਨॉन यूनिफॉर्म, ਮਤਲਬ ਉਹਦੇ ਵਿੱਚ ਕੋਈ ਵੀ ਚੀਜ਼ ਫਿਕਸ ਨਹੀਂ ਹੈਗੀ। ਤਾਂ ਮੋਸ਼ਨ ਇਨ ਅ ਵਰਟੀਕਲ ਸਰਕਲ। ਟੂ ਅੰਡਰਸਟੈਂਡ ਦ ਡਾਇਨਾਮਿਕਸ ਆਫ ਨॉन यूनिफॉर्म ਸਰਕੂਲਰ ਮੋਸ਼ਨ ਲੈਟ ਅਸ ਕੰਸੀਡਰ ਦ ਮੋਸ਼ਨ ਆਫ ਅ ਸਮਾਲ ਬੋਡੀ ਟਾਈਡ ਟੂ ਵਨ ਐਂਡ ਆਫ ਅ ਸਟਰਿੰਗ ਐਂਡ ਵੀਲਡ ਇਨ ਅ ਵਰਟੀਕਲ ਸਰਕਲ। ਮਤਲਬ ਕੀ ਹੈ, ਇੱਕ ਛੋਟੀ ਜਿਹੀ ਬੋਡੀ ਨੂੰ ਆਪਾਂ ਜਿਵੇਂ ਇੱਕ ਛੋਟੇ ਜਿਹੇ ਪੱਥਰ ਨੂੰ ਇੱਕ ਧਾਗੇ ਨਾਲ ਬੰਨ੍ਹ ਕੇ ਵਰਟੀਕਲ ਸਰਕਲ, ਜਿਵੇਂ ਆਪਾਂ ਧਾਗਾ ਬੰਨ੍ਹ ਕੇ ਗਾਟੀ ਘੁਮਾਉਂਦੇ ਹੁੰਦੇ ਹਾਂ। ਠੀਕ ਹੈ, ਵਰਟੀਕਲ ਸਰਕਲ, ਹੌਰੀਜੈਂਟਲ ਸਰਕਲ ਨਹੀਂ। ਹੌਰੀਜੈਂਟਲ ਸਰਕਲ ਕੀ ਹੋ ਗਿਆ, ਧਰਤੀ ਦੇ ਪੈਰਲਲ, ਧਰਤੀ ਦੇ ਸਮਾਨਾਂਤਰ। ਵਰਟੀਕਲ ਕੀ ਹੋ ਗਿਆ, ਧਰਤੀ ਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦਾ ਹੋਇਆ। ਐਟ ਐਨੀ ਟਾਈਮ ਲੈਟ ਬੋਡੀ ਐਟ ਪੁਆਇੰਟ P ਐਟ ਐਨ ਐਂਗੂਲਰ ਪੋਜੀਸ਼ਨ ਥੀਟਾ, ਮਤਲਬ ਕਿਸੇ ਸਮੇਂ ਕੀ ਹੈ ਬੋਡੀ ਕਿਸ ਪੁਆਇੰਟ 'ਤੇ ਹੈ, P ਪੁਆਇੰਟ 'ਤੇ ਹੈ, ਅਤੇ ਉਸ ਸਮੇਂ ਕੀ ਹੋ ਰਹੀ ਹੈ, ਉਹ ਐਂਗਲ ਥੀਟਾ ਬਣਾ ਰਿਹਾ, ਜਿਵੇਂ ਕਿ ਫਿਗਰ ਸ਼ੋਅ ਕੀਤਾ ਹੋਇਆ ਹੈ। ਹੁਣ ਬੋਡੀ 'ਤੇ ਕਿਹੜੀਆਂ ਕਿਹੜੀਆਂ ਫੋਰਸਿਸ ਲੱਗਣਗੀਆਂ, ਡਾਇਗਰਾਮ ਨੂੰ ਆਪਾਂ ਇੱਥੇ ਬਣਾ ਲੈਂਦੇ ਹਾਂ। ਹੁਣ ਦੇਖੋ ਇਹ ਇੱਕ ਸਾਡੇ ਕੋਲ ਸਰਕੂਲਰ ਮੋਸ਼ਨ ਹੈ, ਵਰਟੀਕਲ ਸਰਕਲ ਹੈ ਇਹ। ਵਰਟੀਕਲ ਮਤਲਬ ਪਰਪੈਂਡੀਕੂਲਰ ਧਰਤੀ ਦੇ। ਠੀਕ ਹੈ। ਤਾਂ ਇਸ ਸਮੇਂ ਬੋਡੀ ਮੰਨ ਲਓ ਕਿੱਥੇ ਹੈ, ਆਹ P ਪੁਆਇੰਟ 'ਤੇ, ਦਿਸ ਇਜ਼ ਦ P ਪੁਆਇੰਟ। ਹੁਣ ਇੱਥੇ ਹੈ ਇਸ ਟਾਈਮ ਬੋਡੀ ਇਸ ਸਮੇਂ ਜਿਹੜੀ ਹੈਗੀ ਉਹ P ਪੁਆਇੰਟ 'ਤੇ ਹੈ। ਹੁਣ ਬੋਡੀ ਆਹ ਕੀ ਹੋ ਗਿਆ, ਇਹਦਾ ਇੱਕ ਡਾਇਆਮੀਟਰ ਹੋ ਗਿਆ, ਉਹਨੂੰ ਨਾਮ ਦਿੱਤਾ ਆਪਾਂ ਨੇ ਹਾਈਐਸਟ ਪੁਆਇੰਟ, ਇਹ ਹੈਗਾ ਇਹਦਾ ਲੋਐਸਟ ਪੁਆਇੰਟ। H ਫੋਰ ਹਾਈਐਸਟ ਪੁਆਇੰਟ, L ਫੋਰ ਲੋਐਸਟ ਪੁਆਇੰਟ। ਆਹ ਐਂਗਲ ਕੀ ਬਣ ਰਿਹਾ, ਥੀਟਾ ਬਣ ਰਿਹਾ। ਹੁਣ P ਪੁਆਇੰਟ 'ਤੇ ਬੋਡੀ ਉੱਪਰ ਕਿਹੜੀਆਂ ਕਿਹੜੀਆਂ ਫੋਰਸਿਸ ਨੇ? ਸਿੰਪਲ ਜੀ ਗੱਲ ਹੈ, ਆਪਾਂ ਨੂੰ ਪਹਿਲਾਂ ਤੋਂ ਪਤਾ ਹੈ। ਇੱਕ ਤਾਂ ਵੇਟ ਸਿੱਧਾ ਨੀਚੇ ਨੂੰ, W ਇਜ਼ ਇਕੁਅਲ ਟੂ mg ਵੇਟ। ਠੀਕ ਹੈ ਜੀ। ਹੁਣ ਜੇ ਆਪਾਂ ਨੂੰ ਅੱਗੇ ਵਧਾ ਲਈਏ, ਜਿੰਨਾ ਐਂਗਲ ਉਰੇ ਉਨਾ ਹੀ ਇੱਥੇ ਬਣੂਗਾ। ਕਿਹੜੇ ਐਂਗਲ ਹੋ ਗਏ ਇਹ, ਯਾਦ ਕਰੋ ਕੱਲ੍ਹ ਅਸੀਂ ਦੋ ਸਮਾਨਾਂਤਰ ਰੇਖਾਵਾਂ ਨੂੰ, ਦੋ ਪੈਰਲਲ ਰੇਜ਼ ਨੂੰ ਇੱਕ ਲਾਈਨ ਕੱਟਦੀ ਹੋਵੇ ਤਾਂ ਕੋਰਸਪੋਂਡਿੰਗ ਐਂਗਲ ਇੰਗਲਿਸ਼ 'ਚ, ਪੰਜਾਬੀ ਜਿਹਨੂੰ ਆਪਾਂ ਬੋਲਦੇ ਸੰਗਤ ਕੋਣ। ਅਤੇ ਜਿੱਧਰ ਨੂੰ ਐਂਗਲ ਹੋਵੇ ਉੱਧਰ ਨੂੰ ਇਹਦਾ ਕੰਪੋਨੈਂਟ ਕੀ ਬਣ ਜੂਗਾ, mg ਦਾ, mg cos ਥੀਟਾ। ਇਹਦੇ ਬਿਲਕੁਲ ਪਰਪੈਂਡੀਕੂਲਰ, ਬਿਲਕੁਲ ਆਪਣੇ ਕੋਲ ਕੀ ਹੈ, ਪਰਪੈਂਡੀਕੂਲਰ, ਸੌਰੀ ਹਾਂਜੀ ਬਿਲਕੁਲ ਪਰਪੈਂਡੀਕੂਲਰ, ਇਹ 90 ਡਿਗਰੀ ਦੇ ਕੋਣ 'ਤੇ, 90 ਡਿਗਰੀ ਦੇ ਕੋਣ 'ਤੇ। ਇੱਧਰ ਕੀ ਬਣ ਜੂਗਾ, ਇੱਥੇ ਕੀ ਬਣ ਜੂਗਾ, mg sin ਥੀਟਾ। ਜਿੱਧਰ ਐਂਗਲ ਨਹੀਂ ਹੈਗਾ ਉੱਧਰ ਕੀ ਬਣ ਗਿਆ, mg sin ਥੀਟਾ ਸਾਡੇ ਕੋਲ ਬਣ ਗਿਆ। ਇੰਨੀ ਗੱਲ ਸਮਝ ਆ ਗਈ। ਹੁਣ ਬੋਡੀ ਕਿਵੇਂ ਘੁੰਮ ਰਹੀ ਹੈ, ਬੋਡੀ ਇਸ ਤਰ੍ਹਾਂ ਘੁੰਮ ਰਹੀ ਹੈ, ਐਂਟੀ ਕਲੌਕਵਾਈਜ਼। ਵੈਲੋਸਿਟੀ, ਲੀਨੀਅਰ ਵੈਲੋਸਿਟੀ ਡਾਇਰੈਕਸ਼ਨ ਕਿਹੜੀ ਹੋਊਗੀ, ਲੀਨੀਅਰ ਵੈਲੋਸਿਟੀ ਦੀ ਯਾਦ ਕਰੋ। ਲੀਨੀਅਰ ਵੈਲੋਸਿਟੀ ਡਾਇਰੈਕਸ਼ਨ ਕੀ ਹੁੰਦੀ ਹੈ ਸਰਕੂਲਰ ਮੋਸ਼ਨ 'ਚ, ਜਿਸ ਪੁਆਇੰਟ 'ਤੇ ਆਪਾਂ ਵੈਲੋਸਿਟੀ ਦੇਖਣੀ ਹੋਵੇ ਉਸ ਪੁਆਇੰਟ ਦੇ ਉੱਪਰ ਟੈਂਜੈਂਟ
जिथे भी अपने सर्कुलर मोशन च वेलोसिटी की डायरैक्शन देखनी होवे उस पॉइंट ते आपां टेंजेंट बनावांगे। जे इत्थे देखनी होवे तां की बनावांगे टेंजेंट स्पर्श रेखा। टेंजेंट मतलब स्पर्श रेखा, इहनूं बोलांगे VH हाईएस्ट पॉइंट ते वेलोसिटी। ठीक है, इत्थे देखनी होवे तां की बोलांगे, इत्थे देखनी होवे तां की बोलांगे VL लोएस्ट पॉइंट ते वेलोसिटी। ठीक है, इस पॉइंट ते VH हाईएस्ट पॉइंट ते, दिस इज़ द लोएस्ट पॉइंट। हुण इस P पॉइंट के उपर किहड़ी फोर्सिस लग रही ने, एक तो उहदा वेट लग रहा बॉडी का mg, ये वेट दो भागों च डिवाइड हो गया, mg cos थीटा ते mg sin थीटा। एक क्योंकि धागे नाल बन्नी हुई है चीज़, तुहानूं जद दस्सिया सी मैंने कि जो धागे नाल बन के आपां घुमावांगे तो एक फोर्स पैदा होंदी है टेंशन। तो वेट mg ऑफ द बॉडी एक्टिंग वर्टिकली डाउनवर्ड, वेट जिहड़ा हैगा बॉडी का नीचे नूं लग रहा वर्टिकली, बिल्कुल नीचे नूं लग रहा डाउनवर्ड लग रहा। ठीक है जी, टेंशन लग रही है स्ट्रिंग दे विच अलॉन्ग PO, आ O पॉइंट सेंटर पॉइंट। mg नूं दो हिस्सों च रिजोल्व कर लिया, mg cos थीटा अलॉन्ग OP, mg sin थीटा। ठीक है, mg sin थीटा अलॉन्ग टेंजेंट टू द P दे नाल टेंजेंट बना के। ठीक है, तो नैट फोर्स ऑन द बॉडी एट P एक्टिंग अलॉन्ग PO। हुण PO दे अलॉन्ग किहड़ी फोर्स लग रही है, देखो इधर नूं आ फोर्स देखो इस लाइन ते किन्नी लग रही है PO ते, एक इस पासों लग रही है T, एक इस पासों लग रही है mg। ठीक है, हुण याद करो बॉडी गोल घूम रही है, बॉडी की हो रही है गोल गोल घूम रही है, ਇਹਦਾ मतलब बॉडी ਨੂੰ गोल ਕਿਹੜੀ फोर्स घुमाती ਹੁੰਦੀ है, सेंट्रीपिटल फोर्स। ਹੁਣ एक फोर्स की डायरैक्शन इधर ਨੂੰ है, एक फोर्स की डायरैक्शन इधर ਨੂੰ है। जे ये दोनों फोर्सिस बराबर ਹੁੰਦੀਆਂ ਤਾਂ बॉडी ने गोल गोल नहीं घूमना सीगा, बॉडी गोल गोल घूम रही है, मतलब ਜਿਹੜੀ फोर्स अंदर ਨੂੰ लग रही है वो ज़्यादा है। ठीक है ना, जी फोर्स अंदर नूं लग रही है, इहनूं गोल गोल घुमा, जी फोर्स अंदर नूं लगदी हुंदी है उही फोर्स की प्रोवाइड करानी हुंदी है, सेंट्रीपिटल फोर्स। मतलब T ज़्यादा है। ठीक है, T ज़्यादा है तो mg cos थीटा की है घट है, तो उन्होंने दोहां का डिफरेंस की प्रोवाइड कर रहा है सानू, सेंट्रीपिटल फोर्स। दोहां का डिफरेंस ही सानू की दे रहा है, सेंट्रीपिटल फोर्स दे रहा है mv²/r। तो इत्थों आपां T की वैल्यू कढ सकते हैं कि मैं mv² उधर r हैगा ही हैगा, mg cos थीटा नूं परले पासे चक के ले जाओ माइनस का इधरले पासे, उधर जाके की हो गया प्लस का हो गया। T विल बी मिनीमम, T की वैल्यू मिनीमम होगी कदों, हुण देखो M कॉन्सटेंट है, ठीक है, R कॉन्सटेंट है, वेलोसिटी जिहड़ी हैगी वो चेंज हो सकती है हुंदी है लगातार। तो T की वैल्यू मिनीमम कदों होगी, जदों cos थीटा की वैल्यू मिनीमम होगी। तो cos थीटा की मिनीमम वैल्यू कितनी हुंदी है, -1 हुंदी है। किन्ने डिग्री ते हुंदी है, एंगल जो 180 डिग्री हो। ठीक है, तो एंगल की हो 180 डिग्री। तो टेंशन मिनीमम किहड़े पॉइंट ते होगी, लोअर पॉइंट ते होगी कि हाईएस्ट पॉइंट ते होगी। टेंशन की वैल्यू जिहड़ी हैगी है लोएस्ट, वो हाईएस्ट पॉइंट ते होगी। ठीक है, तो T हाईएस्ट ते जां T मिनीमम ये बराबर ने, H पॉइंट ते टेंशन की वैल्यू मिनीमम होगी। क्यों, क्योंकि उस पास सारे का सारा वेट है जिहड़ा, ध्यान नाल जे आपां गल करिए H पॉइंट ते, H पॉइंट ते T की डायरैक्शन भी इधर नूं होगी, H पॉइंट ते mg की डायरैक्शन भी इधर नूं होगी। तो इस करके उत्थे टेंशन की होगी हाईएस्ट पॉइंट ते मिनीमम होगी। तो वैल्यू कितनी आ जाएगी, mv²r, तो ओमी का ओमी आ गया इत्थे। इत्थे cos थीटा की वैल्यू क्या होगी मिनीमम कितनी, -1, तो mg गुणा -1 की हो गया -mg। हुण द बॉडी विल मूव अलॉन्ग द वर्टिकल सर्कल ओनली वैन, बॉडी कहता वर्टिकल सर्कल च सिर्फ तां ही हो जो T मिनीमम होगी, तो अगे भी जानी चाहिए। हुण इस पॉइंट H पॉइंट से रुकना थोड़ी है उसने, उन्हें चक्कर पूरा करना है। तो चक्कर तां पूरा करू जेकर T मिनीमम की वैल्यू जां तां 0 तो वड्डी हो जां घट्टो घट्ट 0 हो, माइनस च नहीं होगी। जे T मिनीमम लैस दैन 0 हो गया, माइनस च हो गया, तो स्ट्रिंग विल स्लैक मतलब ढिली पै जूगी, ਉਹਦੇ ਵਿੱਚ की पै जूगा, बल पै जूगा। मतलब देखो तुहानूं समझाया सी कि कोई भी जिहड़ा सर्कुलर मोशन है उद तक चलता रहिंदा है, जद तक उस जिहड़ी रस्सी है वो कसाव रहिंदा, टेंशन की वैल्यू जद तक कुछ होगी। जे टेंशन घट गई 0 तो, मतलब मिनीमम लैस दैन 0 होगी, नैगेटिव होगी, तो रस्सी ढिली हो जूगी, तो बॉडी की हो जूगी सीधी H तो नीचे डाउन कर जूगी, H तो अगे सर्कल मूव करने वास्ते नहीं जाऊगी, इत्थों ही नीचे डिग जूगी। ठीक है, साडा सर्कुलर मोशन की हो जूगा खत्म हो जूगा। तो साडे कोल जेकर कंप्लीट असीं वर्टिकल सर्कल पूरा करना है, पूरे का पूरा यह सर्कल इस तरह घुमाउणा है, तो T मिनीमम की वैल्यू की होनी चाहिए है, ग्रेटर दैन और इक्वल टू 0। यदि वैल्यू ग्रेटर दैन इक्वल टू 0 होनी चाहिए है, यानी कि mv²/r, इनू परले पासे चक ले जो mg नूं, तो ग्रेटर दैन इक्वल टू mg।
ठीक है। तो मतलब एम वी स्केयर हुण इधर क्योंकि आ तां हुण इहदी वैल्यू कितनी होनी चाहिए है घट्टो घट्ट 0 ਜਾਂ 0 ਤੋਂ ਵੱਡੀ। ਤਾਂ ਇਹਨੂੰ ਤਾਂ ਭੁੱਲ ਜਾਓ ਹੁਣ। ਤਾਂ ਆਹ ਚੀਜ਼ਾਂ ਬਚ ਗਈਆਂ। ਤਾਂ ਇਹਨੂੰ ਪਰਲੇ ਪਾਸੇ ਚੱਕ ਕੇ ਲੈ ਗਏ। ਠੀਕ ਹੈ। ਤਾਂ ਸਾਡੇ ਕੋਲ ਕੀ ਆ ਗਿਆ ਐਮ ਜੀ ਗ੍ਰੇਟਰ ਦੈਨ ਇਕੁਅਲ ਟੂ ਸੌਰੀ ਐਮ ਬੀ ਸਕੇਅਰ ਗ੍ਰੇਟਰ ਦੈਨ ਇਕੁਅਲ ਟੂ ਐਮ ਜੀ। ਹੁਣ ਇਹ ਤੋਂ ਮੈਂ ਕੱਢਣਾ ਕੀ ਹੈ ਵੀ ਦੀ ਵੈਲਿਊ ਕੱਢਣੀ ਹੈ। ਐਮ ਨਾਲ ਐਮ ਤਾਂ ਕੀ ਹੋ ਗਿਆ ਸਾਡਾ ਕੈਂਸਲ ਹੋ ਗਿਆ। ਠੀਕ ਹੈ। ਤਾਂ ਇੱਧਰ ਆਰ ਨੂੰ ਗੁਣਾ ਕਰ ਦਾਂਗੇ ਤਾਂ ਕੀ ਬਣ ਜੂਗਾ ਵੀ ਸਕੇਅਰ ਗ੍ਰੇਟਰ ਦੈਨ ਇਕੁਅਲ ਟੂ ਜੀ ਆਰ। ਸਕੇਅਰ ਹਟਾਉਣ ਵਾਸਤੇ ਕੀ ਕਰਦੇ ਹੁੰਦੇ ਆਪਾਂ ਵੀ ਗ੍ਰੇਟਰ ਦੈਨ ਇਕੁਅਲ ਟੂ ਅੰਡਰੂਟ ਜੀ ਆਰ। ਤਾਂ ਇਸ ਪੁਆਇੰਟ ਦੇ ਉੱਪਰ ਹਾਈਐਸਟ ਪੁਆਇੰਟ ਦੇ ਉੱਪਰ ਵੀ ਐਚ ਪੁਆਇੰਟ ਦੇ ਉੱਪਰ ਵੈਲੋਸਿਟੀ ਦੀ ਵੈਲਿਊ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ ਜਾਂ ਅੰਡਰੂਟ ਜੀ ਆਰ ਘੱਟੋ ਘੱਟ ਹੋਣੀ ਚਾਹੀਦੀ। ਜਾਂ ਤਾਂ ਇਹਦੇ ਬਰਾਬਰ ਹੋਵੇ ਜਾਂ ਇਸ ਤੋਂ ਜ਼ਿਆਦਾ ਹੋਵੇ ਤਾਂ ਹੀ ਸਰਕਲ ਕੀ ਕਰੂਗਾ ਉਹ ਅੱਗੇ ਚੱਲੂਗਾ, ਵਰਟੀਕਲ ਸਰਕਲ ਅੱਗੇ ਚੱਲੂਗਾ, ਨਹੀਂ ਉਹਨੇ ਅੱਗੇ ਮੂਵ ਕਰਨਾ ਬੰਦ ਕਰ ਦੇਣਾ। ਸੋ ਮਿਨੀਮਮ ਵੈਲਿਊ ਆਫ ਦ ਵੈਲੋਸਿਟੀ ਐਟ ਹਾਈਐਸਟ ਪੁਆਇੰਟ ਕਿੰਨੀ ਹੋਣੀ ਚਾਹੀਦੀ ਹੈ ਅੰਡਰੂਟ ਜੀ ਆਰ। ਇਹ ਮਿਨੀਮਮ ਹੈ। ਆ ਲਿਖਿਆ ਨਾ ਗ੍ਰੇਟਰ ਦੈਨ ਇਕੁਅਲ ਟੂ। ਗ੍ਰੇਟਰ ਦੈਨ ਇਕੁਅਲ ਟੂ ਦਾ ਮਤਲਬ ਹੁੰਦਾ ਜਾਂ ਤਾਂ ਇਸ ਤੋਂ ਜ਼ਿਆਦਾ ਹੋਵੇ ਜਾਂ ਘੱਟੋ ਘੱਟ ਇੰਨੀ ਹੋਵੇ। ਅਪਲਾਈ ਦਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਨਰਜੀ। ਦ ਟੋਟਲ ਮਕੈਨੀਕਲ ਐਨਰਜੀ ਐਟ ਐਲ ਇਜ਼ ਇਕੁਅਲ ਟੂ ਟੋਟਲ ਮਕੈਨੀਕਲ ਐਨਰਜੀ ਐਟ ਐਚ। ਹੁਣ ਦੇਖੋ ਇੱਕ ਐਨਰਜੀ ਕੰਜ਼ਰਵੇਸ਼ਨ ਦਾ ਨਿਯਮ ਹੈ। ਐਨਰਜੀ ਕੰਜ਼ਰਵੇਸ਼ਨ ਕੀ ਕਹਿੰਦੇ ਕਿ ਐਨਰਜੀ ਨਾ ਪੈਦਾ ਕੀਤੀ ਜਾ ਸਕਦੀ ਨਾ ਖਤਮ ਕੀਤੀ ਜਾ ਸਕਦੀ। ਓਨਲੀ ਕੈਨ ਬੀ ਕਨਵਰਟਡ ਇਨਟੂ ਵਨ ਫਾਰਮ ਟੂ ਅਨਦਰ ਫਾਰਮ। ਜਿੰਨੀ ਐਨਰਜੀ ਬੋਡੀ ਕੋਲੇ ਇਸ ਪੁਆਇੰਟ ਤੇ ਹੈ ਉਨੀ ਹੀ ਐਨਰਜੀ ਬੋਡੀ ਕੋਲੇ ਐਲ ਪੁਆਇੰਟ ਤੇ ਹੋਊਗੀ। ਮਤਲਬ ਜਿੰਨੀ ਐਚ ਪੁਆਇੰਟ ਤੇ ਹੈ ਉਨੀ ਹੀ ਐਲ ਪੁਆਇੰਟ ਤੇ ਹੋਊਗੀ। ਹੁਣ ਐਲ ਪੁਆਇੰਟ ਤੇ ਕਿੰਨੀ ਐਨਰਜੀ ਹੈ। ਹੁਣ ਐਲ ਪੁਆਇੰਟ ਤੇ ਦੇਖੋ ਜੇ ਐਲ ਪੁਆਇੰਟ ਨੂੰ ਆਪਾਂ ਇਹ ਮੰਨ ਲਈਏ ਕਿ ਐਲ ਪੁਆਇੰਟ ਧਰਤੀ ਦੇ ਨਾਲ ਹੈ, ਬਿਲਕੁਲ ਬਿਲਕੁਲ ਧਰਤੀ ਦੇ ਨਾਲ ਹੈ, ਤਾਂ ਬੋਡੀ ਕੋਲੇ ਮਕੈਨੀਕਲ ਐਨਰਜੀ ਮਕੈਨੀਕਲ ਐਨਰਜੀ ਜਿਹੜੀ ਹੁੰਦੀ ਹੈ ਮਕੈਨੀਕਲ ਐਨਰਜੀ ਇਹ ਦੋ ਐਨਰਜੀ ਦੇ ਬਰਾਬਰ ਹੁੰਦੀ ਹੈ। ਇੱਕ ਕਾਈਨੈਟਿਕ ਐਨਰਜੀ ਇੱਕ ਹੁੰਦੀ ਹੈ ਪੋਟੈਂਸ਼ੀਅਲ ਐਨਰਜੀ। ਕਾਈਨੈਟਿਕ ਐਨਰਜੀ ਹੁੰਦੀ ਹੈ ਮੋਸ਼ਨ ਕਰਕੇ, ਆਪਾਂ ਪੜ੍ਹਿਆ 9ਵੀਂ ਕਲਾਸ 'ਚ। ਪੋਟੈਂਸ਼ੀਅਲ ਐਨਰਜੀ ਹੁੰਦੀ ਹੈ ਬੋਡੀ ਦੀ ਜਾਂ ਤਾਂ ਕਨਫੀਗਰੇਸ਼ਨ ਚੇਂਜ ਹੋਵੇ, ਬੋਡੀ ਦੀ ਕਨਫੀਗਰੇਸ਼ਨ ਚੇਂਜ ਹੋਵੇ ਮਤਲਬ ਦੀ ਸ਼ੇਪ ਚੇਂਜ ਹੋਵੇ। ਜਿਵੇਂ ਸਪਰਿੰਗ ਨੂੰ ਆਪਾਂ ਖਿੱਚ ਦਿੰਦੇ ਹਾਂ ਤਾਂ ਆਪਾਂ ਛੱਡਦੇ ਹਾਂ ਤਾਂ ਵਾਪਸ ਆ ਜਾਂਦਾ, ਜਾਂ ਰਬੜ ਦੀ ਗੇਂਦ ਨੂੰ ਦੱਬ ਦਿੰਦੇ ਹਾਂ ਛੱਡ ਦਿੰਦੇ ਹਾਂ ਵਾਪਸ ਆ ਜਾਂਦੀ, ਉਹ ਪੋਟੈਂਸ਼ੀਅਲ ਐਨਰਜੀ ਹੈ। ਜਾਂ ਬੋਡੀ ਕੋਲੇ ਹੁੰਦੀ ਹੈ ਉਹਦੀ ਪੋਟੈਂਸ਼ੀਅਲ ਐਨਰਜੀ ਧਰਤੀ ਤੋਂ ਉਹਦੀ ਹਾਈਟ ਕਰਕੇ। ਤਾਂ ਇਸ ਕੇਸ 'ਚ ਜਿਹੜੀ ਪੋਟੈਂਸ਼ੀਅਲ ਐਨਰਜੀ ਉਹਦਾ ਕਾਰਨ ਕੀ ਹੋਊਗਾ ਆਹ ਐਲ ਪੁਆਇੰਟ ਆਪਾਂ ਇਹ ਮੰਨ ਲਿਆ ਕਿ ਧਰਤੀ ਦੀ ਸਤ੍ਹਾ ਦੇ ਬਿਲਕੁਲ ਨਾਲ ਹੈ। ਤਾਂ ਜਦੋਂ ਧਰਤੀ ਤੋਂ ਉੱਚੀ ਹੋਊਗੀ ਕੋਈ ਵਸਤੂ ਤਾਂ ਉਹਦੇ ਕੋਲ ਪੋਟੈਂਸ਼ੀਅਲ ਐਨਰਜੀ ਆਊ। ਤਾਂ ਕਿਹੜੇ ਪੁਆਇੰਟ 'ਤੇ ਪੋਟੈਂਸ਼ੀਅਲ ਐਨਰਜੀ ਹੋਊਗੀ ਮੈਕਸਿਮਮ, ਇਸ ਪੁਆਇੰਟ 'ਤੇ ਤਾਂ ਉਹਦੇ ਕੋਲ ਪੋਟੈਂਸ਼ੀਅਲ ਐਨਰਜੀ ਮੈਕਸਿਮਮ ਹੋਊਗੀ ਕਿਉਂਕਿ ਇਹ ਸਭ ਤੋਂ ਉੱਚਾ ਪੁਆਇੰਟ ਆ ਉਹਦੇ ਚੱਕਰ ਦਾ। ਠੀਕ ਹੈ। ਇੱਥੇ ਵੀ ਹੋਊਗੀ, ਇੱਥੇ ਵੀ ਹੋਊਗੀ, ਇੱਥੇ ਵੀ ਹੋਊਗੀ, ਹਰੇਕ ਪੁਆਇੰਟ 'ਤੇ ਹੋਊਗੀ, ਬਸ ਇੱਥੇ ਨਹੀਂ ਹੋਣੀ ਕਿਉਂਕਿ ਇਹ ਪੁਆਇੰਟ ਧਰਤੀ ਦੇ ਨਾਲ ਲੱਗ ਰਿਹਾ ਬਿਲਕੁਲ। ਤਾਂ ਇੱਥੇ ਪੋਟੈਂਸ਼ੀਅਲ ਐਨਰਜੀ ਵੈਲਿਊ 0 ਹੈ, ਇੱਥੇ ਕੀ ਹੈ ਮੈਕਸਿਮਮ ਹੈ। ਤਾਂ ਮਕੈਨੀਕਲ ਐਨਰਜੀ ਜਿਹੜੀ ਹੁੰਦੀ ਹੈ ਉਹ ਦੋ ਐਨਰਜੀਆਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਐਲ ਪੁਆਇੰਟ 'ਤੇ ਉਹਦੇ ਕੋਲ ਸਿਰਫ ਇੱਕੋ ਹੀ ਐਨਰਜੀ ਹੈ ਕਾਈਨੈਟਿਕ ਐਨਰਜੀ, ਮਕੈਨੀਕਲ 0 ਹੈ ਕਿਉਂਕਿ ਉਹ ਧਰਤੀ ਤੋਂ ਉਚਾਈ 'ਤੇ ਨਹੀਂ ਹੈਗਾ। ਐਚ ਪੁਆਇੰਟ 'ਤੇ ਉਹਦੇ ਕੋਲ ਦੋ ਐਨਰਜੀਜ਼ ਨੇ, ਘੁੰਮ ਵੀ ਰਿਹਾ ਉਹ ਬੋਡੀ ਘੁੰਮ ਵੀ ਰਹੀ ਹੈ ਅਤੇ ਨਾਲ ਉਹਦੀ ਹਾਈਟ ਵੀ ਹੈ। ਤਾਂ ਟੋਟਲ ਐਨਰਜੀ ਜਿਹੜੀ ਐਲ ਪੁਆਇੰਟ 'ਤੇ ਉਹ ਕੀ ਹੈ ਇਕੱਲੀ ਕਾਈਨੈਟਿਕ ਹਾਫ ਐਮ ਵੀ ਸਕੇਅਰ ਐਲ ਪਾਤਾ ਉਹਦੇ ਮਤਲਬ ਐਲ ਪੁਆਇੰਟ 'ਤੇ ਵੈਲੋਸਿਟੀ। ਐਚ ਪੁਆਇੰਟ 'ਤੇ ਕੀ ਹੈ ਹਾਫ ਐਮ ਵੀ ਸਕੇਅਰ ਐਚ ਪੁਆਇੰਟ 'ਤੇ ਉਹਦੀ ਵੈਲੋਸਿਟੀ ਕਿੰਨੀ ਹੈ ਪਲੱਸ ਪੋਟੈਂਸ਼ੀਅਲ ਐਨਰਜੀ ਦਾ ਫਾਰਮੂਲਾ ਹੁੰਦਾ ਐਮ ਜੀ ਐਚ। ਐਮ ਜੀ ਐਚ ਕਿੰਨਾ ਹੋ ਗਿਆ ਹੁਣ ਜੇ ਰੇਡੀਅਸ ਕੀ ਹੈ ਆਰ ਹੈ ਤਾਂ ਆਰ ਅਤੇ ਇੰਨਾ ਇੱਧਰ ਵੀ ਕੀ ਹੋਊਗਾ ਆਰ, ਕਿੰਨੇ ਆਰ ਹੋ ਗਏ 2 ਆਰ। ਤਾਂ ਟੋਟਲ ਉਚਾਈ ਕਿੰਨੀ ਹੋਗੀ ਧਰਤੀ ਤੋਂ 2 ਆਰ। ਠੀਕ ਹੈ। ਇੱਥੋਂ ਸਾਰਿਆਂ 'ਚੋਂ ਐਮ ਕਾਮਨ ਆ ਤਾਂ ਐਮ ਕਾਮਨ ਨਿਕਲ ਕੇ ਕੱਟ ਜੂਗਾ। ਉਸ ਤੋਂ ਬਾਅਦ ਸਾਡੇ ਕੋਲ ਜੇਕਰ 1/2 ਇੱਧਰ ਐਲਸੀਐਮ ਲੈ ਲਓ। ਪਹਿਲਾਂ ਤਾਂ 1/2 ਜਦੋਂ ਉਹ 2 ਦਾ ਐਲਸੀਐਮ ਲਵਾਂਗੇ ਤਾਂ ਇਹਦੇ ਨੀਚੇ 2 ਹੈਗਾ, ਐਮ ਨਿਕਲ ਕੇ ਕੈਂਸਲ ਹੋ ਜੂਗਾ। ਇਹਦੇ ਵਿੱਚ ਵੀ ਐਮ ਹੈ, ਇਹਦੇ ਵੀ ਐਮ ਹੈ, ਤਾਂ ਐਮ ਇੱਥੋਂ ਕਾਮਨ ਨਿਕਲ ਜੂਗਾ, ਰਹਿ ਜੂਗਾ ਇੱਥੇ ਵੀ ਐਚ ਸਕੇਅਰ ਬਟਾ 2, ਇੱਥੇ ਰਹਿ ਜੂਗਾ 2 ਜੀ ਆਰ। ਠੀਕ ਹੈ ਜੀ। ਐਮ ਨਾਲ ਐਮ ਕੀ ਹੋ ਜੂਗਾ ਕੈਂਸਲ। ਹੁਣ ਜਦੋਂ ਆਪਾਂ ਇੱਧਰ 2 ਐਲਸੀਐਮ ਲਵਾਂਗੇ ਤਾਂ ਇਹਦੇ ਨੀਚੇ 2 ਹੈਗਾ ਤਾਂ ਵੀ ਐਚ ਸਕੇਅਰ ਬਚ ਗਿਆ, ਇਹਦੇ ਨੀਚੇ 2 ਹੈ ਨਹੀਂ ਗਾ ਤਾਂ ਇੱਧਰ ਗੁਣਾ ਹੋ ਜੂਗਾ ਤਾਂ 4 ਜੀ ਆਰ ਬਣ ਜੂਗਾ। ਇੱਥੇ ਕੀ ਰਹਿ ਗਿਆ ਵੀ ਐਲ ਸਕੇਅਰ ਬਟਾ 2। ਹੁਣ ਐਲਸੀਐਮ 'ਚ ਆ ਗਿਆ 2 ਨਾਲ 2 ਕੀ ਹੋ ਗਿਆ ਕੈਂਸਲ ਹੋ ਗਿਆ। ਕੀ ਬਚ ਗਿਆ ਵੀ ਐਲ ਸਕੇਅਰ ਬਰਾਬਰ ਹੈ ਵੀ ਐਚ ਸਕੇਅਰ ਪਲੱਸ 4 ਜੀ ਆਰ। ਹੁਣ ਵੀ ਐਚ ਦੀ ਵੈਲਿਊ ਆਪਾਂ ਕੱਢ ਚੁੱਕੇ ਹਾਂ। ਵੀ ਐਚ ਦੀ ਵੈਲਿਊ ਕੀ ਕੱਢੀ ਸੀ ਵੀ ਸਕੇਅਰ ਦੀ ਵੈਲਿਊ ਆ ਵੀ ਐਚ ਸਕੇਅਰ ਦੀ ਵੈਲਿਊ ਸੀ ਆਪਾਂ ਜਿਹੜੀ ਕੱਢੀ ਸੀ ਉਰੇ। ਠੀਕ ਹੈ। ਕਿੰਨੀ ਸੀ ਵੀ ਸਕੇਅਰ ਦੀ ਜੀ ਆਰ, ਤਾਂ ਜੀ ਆਰ ਪਲੱਸ 4 ਜੀ ਆਰ, ਜੀ ਆਰ ਪਲੱਸ 4 ਜੀ ਆਰ, 1 ਜੀ ਆਰ ਅਤੇ 4 ਜੀ ਆਰ ਕਿੰਨਾ ਹੋ ਗਿਆ 5 ਜੀ ਆਰ। ਤਾਂ ਵੀ ਐਲ ਸਕੇਅਰ ਕਾਹਦੇ ਬਰਾਬਰ ਆ ਗਿਆ 5 ਜੀ ਆਰ। ਵੀ ਐਲ ਦੀ ਵੈਲਿਊ ਕਿੰਨੀ ਆ ਗਈ ਦੂਜੇ ਪਾਸੇ ਕੀ ਹੋ ਜੂਗਾ ਜਾ ਕੇ ਸਕੇਅਰ ਹਟਾਵਾਂਗੇ ਤਾਂ ਉੱਧਰ ਕੀ ਹੋ ਜੂਗਾ ਅੰਡਰੂਟ 5
GR, 5GR। तो VL की वैल्यू कितनी आ गई 5GR। थोड़ी इतों कुछ गल समझ आई। VH की वैल्यू जी आ रही है वो √GR आ रही है। VL की वैल्यू जी √5G आ रही है, GR आ रही है। ਇਹਦਾ मतलब कि VL के उपर वेलोसिटी की वैल्यू बहुत ज़्यादा है एज कंपेयर टू VH। ठीक है, VH ਤੇ वेलोसिटी की वैल्यू की है घट है। क्यों ये होना भी चाहिए, क्योंकि VL तो बाद बॉडी ने उपर ਨੂੰ जाना है। जो वेलोसिटी ज़्यादा होगी तो ही वो ग्रैविटेशन के उल्ट उपर ਨੂੰ जाऊगी। VH तो बाद बॉडी ने नीचे आना है, ठीक है ना। VL तो बाद बॉडी ने उपर ਨੂੰ मूव करना है, तो वो वेलोसिटी ज़्यादा होगी तो ही ग्रैविटेशन फोर्स के वो उल्ट मूव कर सकती है। VH तो बाद उन्हें नीचे आना है तो धरती की ग्रैविटी को नीचे लिया मदद करती है। तो जो कोई चीज़ धरती की ग्रैविटी नाल खिंची जाती है तो उस एक्सलरेशन पैदा होता है, तो वो वेलोसिटी बढ़ती है। ठीक है, तो H पॉइंट पर वेलोसिटी √GR है, L पॉइंट पर वेलोसिटी √5GR घट्टो घट। ठीक है, इत्थे निशान जिहड़ा आऊगा वो ग्रेटर दैन इक्वल टू दा आऊगा अपने कोले। क्यों आऊगा ग्रेटर दैन इक्वल टू दा? क्योंकि VH की वैल्यू ग्रेटर दैन इक्वल टू √GR सी। VH की वैल्यू ग्रेटर दैन इक्वल टू √GR सी, तो इत्थे भी निशान की आऊगा ग्रेटर दैन इक्वल टू दा आऊगा। तो मतलब जेकर वर्टिकल सर्कल दे विच वर्टिकल पोजीशन से सर्कल पूरा करना है तो H पॉइंट पर वेलोसिटी घट्टो घट √GR होनी चाहिए है, तो L पॉइंट पर घट्टो घट √5GR होनी चाहिए है। G तो कॉन्सटेंट है, मतलब R पर डिपेंड करता है भी कितना तुसीं रेडियस मन लेके चलते हो, धागा कितना लंबा लगा रहे हो, तो वो अकॉर्डिंग जी हैगी है साढ़े कोले वैल्यू आ जूगी। वी फाइंड द टेंशन इन द स्ट्रिंग विल बी मैक्सीमम। पहला असीं मिनीमम स्ट्रिंग पता मिनीमम टेंशन पता कर ली, किहड़े पॉइंट ते सी मिनीमम टेंशन H पॉइंट ते। हुण आपां की पता करांगे मैक्सीमम टेंशन। मैक्सीमम टेंशन किहड़े पॉइंट ते होगी? L पॉइंट ते। टेंशन की वैल्यू मैक्सीमम किहड़े पॉइंट ते होगी? वो होगी L पॉइंट ते। मिनीमम H पॉइंट ते है तो मैक्सीमम की होगी उल्ट L पॉइंट ते। ठीक है, तो वो कितनी सी वैल्यू अपने को आ सी देखो M इत्थे आ जाऊगा VL² बटा R। उरे की सीगा MG cos थीटा। हुण cos थीटा की वैल्यू मैक्सीमम कितनी होंदी है? 1 होंदी है। किन्ने डिग्री के उपर होंदी है? 0 डिग्री के उपर होंदी है। तो बन गया MVL² अपॉन R प्लस MG। सो दिस इज द मैक्सीमम वैल्यू ऑफ द टेंशन। हुण मिनीमम कितनी सी? MVH² अपॉन R माइनस MG। मैक्सीमम कितनी आ गई? MVL² अपॉन R प्लस MG। ठीक है, हुण जे मैनू पता है, अपन पता भी VL की वैल्यू जी हैगी है वो कितनी है? √5GR हैगी है। तो जे मैं इत्थे वो वैल्यू भरदा, इत्थे मैं वो वैल्यू पुट करदा तो M इत्थे की भरता VL² दा मुल 5GR, क्योंकि स्केयर है ना उपर √ कट जूगा अपॉन R प्लस MG। तो R नाल R कट गया, ये की बन गया 5MG प्लस MG। 5 प्लस 1 6MG। तो टेंशन मैक्सीमम की वैल्यू जी हैगी है कितनी होंदी है? 6MG के बराबर जां ग्रेटर दैन इक्वल टू। क्योंकि आ VL की वैल्यू, फिर वही गल VL की वैल्यू कितनी सी? ग्रेटर दैन इक्वल टू √5GR। तो इत्थे भी निशान की आ गया ग्रेटर दैन इक्वल टू। तो टेंशन की जी मैक्सीमम वैल्यू है वो ग्रेटर दैन इक्वल टू 6MG होनी चाहिए है। तो वाइल द बॉडी इज मूविंग इन द वर्टिकल सर्कल द स्ट्रिंग बिकम हॉरिजेंटल एट पॉइंट M पॉइंट। आ देखो जी, हूँ आ डायग्राम देखो M पॉइंट तो की होगी? हॉरिजेंटल होगी, धरती के पैरेलल होगी स्ट्रिंग। ठीक है, जे मैं इत्थे चैक करना हो हुण फिर जे मैं इत्थे चैक करनी हो टेंशन की वैल्यू जां इत्थे कितनी वेलोसिटी होनी चाहिए है, वो किवें चैक करांगे? फिर वही गल इत्थे भी आपां लॉ ऑफ कंजरवेशन ऑफ एनर्जी लावांगे। किहड़े पॉइंट ते? एक L पॉइंट ते एक M पॉइंट ते। हुण L पॉइंट ते तुहानूं पहले ही दस चुके भी धरती दे नाल है, इहदे कोल तां उरे कल्ली की है? कनैटिक वेलोसिटी है, होर कोई वेलोसिटी है नहीं गी। M पॉइंट ते की है? इहदे कोल धरती तो उच्चा भी है, तो इहदे कोल कनैटिक एनर्जी भी है, तो नाल इहदे कोल की है? पोटेंशियल एनर्जी भी है। पोटेंशियल एनर्जी की होंदी है? MG। हुण कितनी हाइट है इसकी? पहला उरे सीगा तो 2 हाइट सी R प्लस R। हुण ये अद्ध च है तो कितनी हाइट है कल्ली? स्मॉल r। तो M पहला वांगू कैंसल होकर निकल जूगा, इधर की रह जूगा VL² बटा 2, इत्थे की रह जूगा VM² बटा 2, इत्थे की रह जूगा GR। फिर आप लघुत्तम लवांगे जिवें LCM लवांगे, जिवें पहला लिया सीगा कि बने सी 2GR बटा 2, इधर VL² बटा 2,
2 ਨਾਲ 2 ਕੀ ਹੋ ਗਿਆ ਕੈਂਸਲ। ਪਹਿਲਾਂ नहीं मैं करता 2 ਨਾਲ 2 कैंसल क्योंकि पहला सिर्फ 1 ਦੇ ਨੀਚੇ ਸੀਗਾ, ठीक है। ਹੁਣ 2 ਦੇ ਨੀਚੇ ਆ ਗਿਆ। ਐਲਸੀਐਮ ਕਿਵੇਂ ਲੈਣੇ ਹੁੰਦੇ ਆ, 10ਵੀਂ ਯਾਦ ਕਰੋ, ਜਿਹਦੇ ਨੀਚੇ ਅੱਖਰ ਹੈਗਾ ਉਹੀ ਸੇਮ ਅੱਖਰ, ਕਿਉਂਕਿ ਇਹਦੇ ਨੀਚੇ 1 ਹੈ, ਜਿਹਦੇ ਨੀਚੇ 1 ਹੋਵੇ ਤਾਂ ਆਹ ਵਾਲਾ ਅੱਖਰ ਇੱਧਰ, ਆਹ ਵਾਲਾ ਅੱਖਰ ਇੱਧਰ, ठीक है। ਤਾਂ ਇੱਥੇ ਕੀ ਬਚ ਗਿਆ ਹੁਣ, VL ਸਕੁਏਅਰ ਬਰਾਬਰ ਹੈ VM ਸਕੁਏਅਰ प्लस 2GR, ठीक है जी। ਹੁਣ ਆਪਾਂ ਇੱਥੇ ਕੀ ਕਰਾਂਗੇ, ਕੱਢਣਾ ਕੀ ਆਪਾਂ ਨੇ, VM ਦੀ ਵੈਲਿਊ ਕੱਢਣੀ ਹੈ, ਤਾਂ ਮੈਂ ਇਸ ਨੂੰ ਚੱਕ ਕੇ ਇੱਧਰ ਲਿਆਉਣਾ, ਤਾਂ VL ਸਕੁਏਅਰ ਮਾਈਨਸ 2GR ਬਰਾਬਰ ਹੈ VM ਸਕੁਏਅਰ। ਹੁਣ VL ਦੀ ਵੈਲਿਊ ਭਰ ਦਿਓ, ਕਿੰਨੀ ਹੈ VL ਦੀ ਵੈਲਿਊ, VL ਦੀ ਵੈਲਿਊ ਹੈਗੀ ਹੈ ਗ੍ਰੇਟਰ ਦੈਨ ਇਕੁਅਲ ਟੂ ਅੰਡਰੂਟ 5GR। ਤਾਂ ਇੱਥੇ ਜਦੋਂ ਮੈਂ ਵੈਲਿਊ ਭਰੂੰਗਾ ਤਾਂ 5GR ਆ ਜਾਊਗਾ, ਕਿਉਂਕਿ ਉੱਪਰ ਸਕੁਏਅਰ ਹੈ ਤਾਂ ਮਾਈਨਸ 2GR, ठीक है जी। VL ਦੀ ਵੈਲਿਊ ਭਰਤੀ ਆਪਾਂ ਨੇ 5GR, VM ਸਕੁਏਅਰ, ਹਾਂਜੀ। ਤਾਂ ਇੱਥੋਂ 5GR ਦੇ ਵਿੱਚੋਂ 2GR ਨਿਕਲ ਗਿਆ, ਕੈਂਸਲ ਘਟ ਗਿਆ, ਤਾਂ ਕਿੰਨਾ ਬਚ ਗਿਆ ਆਪਣੇ ਕੋਲੇ 3GR ਲੈਸ ਦੈਨ ਇਕੁਅਲ ਟੂ VM ਸਕੁਏਅਰ, ਜਾਂ VM ਸਕੁਏਅਰ ਗ੍ਰੇਟਰ ਦੈਨ ਇਕੁਅਲ ਟੂ 3GR, ਜਾਂ VM ਕਿੰਨਾ ਆ ਗਿਆ ਗ੍ਰੇਟਰ ਦੈਨ ਇਕੁਅਲ ਟੂ ਅੰਡਰੂਟ 3GR। ਤਾਂ ਘੱਟੋ ਘੱਟ ਕਿੰਨੀ ਵੈਲਿਊ ਹੋਣੀ ਚਾਹੀਦੀ M ਪੁਆਇੰਟ 'ਤੇ, ਅੰਡਰੂਟ 3GR ਹੈ ਜਿਹੜੀ ਵੈਲਿਊ ਉਹ ਹੋਣੀ ਚਾਹੀਦੀ ਹੈ, ਠੀਕ ਹੈ। ਅਤੇ ਇੱਥੇ ਟੈਂਸ਼ਨ ਦੀ ਵੈਲਿਊ ਕਿੰਨੀ ਹੋਊਗੀ M ਪੁਆਇੰਟ 'ਤੇ, MVM ਸਕੁਏਅਰ ਅਪੋਨ R ਪਲਸ MG। ਹੁਣ cos ਥੀਟਾ M ਪੁਆਇੰਟ 'ਤੇ ਥੀਟਾ ਕਿੰਨਾ ਬਣ ਰਿਹਾ, ਡਾਇਗਰਾਮ ਦੇਖੋ, M ਪੁਆਇੰਟ 'ਤੇ ਥੀਟਾ ਜਿਹੜਾ 90 ਡਿਗਰੀ ਬਣ ਰਿਹਾ, ਥੀਟਾ ਦੀ ਵੈਲਿਊ 90 ਬਣ ਰਹੀ ਹੈ। ਤਾਂ cos 90 ਦੀ ਵੈਲਿਊ ਕਿੰਨੀ ਹੁੰਦੀ ਹੈ ਜੀ, cos 90 ਦੀ ਵੈਲਿਊ ਹੁੰਦੀ ਹੈ 0। ਤਾਂ MVM ਸਕੁਏਅਰ ਅਪੋਨ R ਪਲਸ 0। ਹੁਣ VM ਦੀ ਵੈਲਿਊ ਕਿੰਨੀ ਹੈ, VM ਦੀ ਵੈਲਿਊ ਆਪਾਂ ਕੱਢ ਚੁੱਕੇ, VM ਸਕੁਏਅਰ ਦੀ 3GR ਬਟਾ R ਨਾਲ R ਕੱਟ ਗਿਆ ਤਾਂ ਕੀ ਬਚ ਗਿਆ 3mg ਬਚ ਗਿਆ। ਤਾਂ M ਪੁਆਇੰਟ 'ਤੇ ਟੈਂਸ਼ਨ ਦੀ ਵੈਲਿਊ ਕਿੰਨੀ ਹੈ 3mg। ਤਾਂ M ਪੁਆਇੰਟ 'ਤੇ ਟੈਂਸ਼ਨ ਨਿਕਲ ਗਈ, M ਪੁਆਇੰਟ 'ਤੇ ਵੈਲੋਸਿਟੀ ਨਿਕਲ ਗਈ, ਠੀਕ ਹੈ। L ਪੁਆਇੰਟ 'ਤੇ ਟੈਂਸ਼ਨ ਨਿਕਲ ਗਈ, L ਪੁਆਇੰਟ 'ਤੇ ਆਪਣੇ ਕੋਲੇ ਵੈਲੋਸਿਟੀ ਨਿਕਲ ਗਈ, H ਪੁਆਇੰਟ 'ਤੇ ਵੈਲੋਸਿਟੀ ਨਿਕਲ ਗਈ, H ਪੁਆਇੰਟ 'ਤੇ ਆਪਣੇ ਕੋਲੇ ਟੈਂਸ਼ਨ ਨਿਕਲ ਗਈ। ਤਾਂ ਇਹ ਆਪਾਂ 3 ਪੁਆਇੰਟਸ 'ਤੇ ਅਲੱਗ-ਅਲੱਗ ਪੁਆਇੰਟ 'ਤੇ, ਇੱਕ H ਪੁਆਇੰਟ 'ਤੇ, ਇੱਕ L ਪੁਆਇੰਟ 'ਤੇ, ਇੱਕ M ਪੁਆਇੰਟ 'ਤੇ, ਜੇਕਰ ਆਪਾਂ ਵਰਟੀਕਲ ਸਰਕਲ 'ਚ ਮੂਵ ਕਰਨਾ ਤਾਂ ਬੋਡੀ ਕੋਲੇ ਘੱਟੋ ਘੱਟ ਕਿੰਨੀ ਵੈਲੋਸਿਟੀ ਹੋਣੀ ਚਾਹੀਦੀ ਹੈ ਅਤੇ ਰੱਸੀ 'ਚ ਕਿੰਨੀ ਟੈਂਸ਼ਨ ਹੋਣੀ ਚਾਹੀਦੀ ਹੈ, ਇਹਦੀ ਆਪਾਂ ਵੈਲਿਊ ਕੱਢ ਲਈ। ਜੇ ਇੰਨੀਆਂ ਵੈਲਿਊਜ਼ ਹੋਣਗੀਆਂ ਤਾਂ ਹੀ ਉਹ ਵਰਟੀਕਲ ਸਰਕਲ ਪੂਰਾ ਹੋਊਗਾ, ਨਹੀਂ ਵਰਟੀਕਲ ਸਰਕਲ ਕਦੇ ਵੀ ਪੂਰਾ ਨਹੀਂ ਹੋਣਾ ਹੈਗਾ। ਹੁਣ ਇਹਦਾ ਪ੍ਰੈਕਟੀਕਲ ਐਪਲੀਕੇਸ਼ਨ ਕੀ ਚੀਜ਼ ਹੈ ਜੀ, ਆਪਾਂ ਪੜ੍ਹੀ ਕਿਉਂ ਹੈ ਇਹਦੀ। ਵੈਨ ਏ ਬਕਟ ਕੰਟੇਨਿੰਗ ਏ ਵਾਟਰ ਇਜ਼ ਰੋਟੇਟਡ ਇਨ ਏ ਵਰਟੀਕਲ ਸਰਕਲ ਵਿਦ ਏ ਵੈਲੋਸਿਟੀ ਐਟ ਲੋਐਸਟ ਪੁਆਇੰਟ VL greater than √ 5GR, water shall not split even at the highest point when the bucket is upside down. If the bucket is wheeled slowly, then mg greater than VH square upon R, then a part of weight shall provide necessary centripetal force and the rest of the weight in the water will spill. Only this much water shall leave the bucket. ਕੀ ਕਹਿੰਦਾ ਇਹ, ਜੇਕਰ ਆਪਾਂ ਇੱਕ ਬਾਲਟੀ ਪਾਣੀ ਦੀ ਭਰ ਲਈਏ ਅਤੇ ਉਸਨੂੰ ਬਾਲਟੀ ਨੂੰ ਪਾਣੀ ਨੂੰ ਭਰ ਕੇ ਜੇ ਆਪਾਂ ਨੂੰ ਗੋਲ ਗੋਲ ਘੁਮਾਈਏ ਆਪਣੀ ਬਾਂਹ ਦੇ ਨਾਲ, ਤਾਂ ਜੇ ਬਾਲਟੀ ਜਦੋਂ ਉਲਟੀ ਹੋ ਜੂਗੀ, ਜੇਕਰ ਆਹ ਕੰਡੀਸ਼ਨਾਂ ਪੂਰੀਆਂ ਹੋ ਰਹੀਆਂ ਨੇ ਵੀ L ਪੁਆਇੰਟ 'ਤੇ ਵੈਲੋਸਿਟੀ ਇੰਨੀ ਹੈ, H ਪੁਆਇੰਟ 'ਤੇ ਇੰਨੀ ਹੈ, ਤਾਂ ਪਾਣੀ ਕਦੇ ਵੀ ਬਾਲਟੀ ਉਲਟੀ ਹੋਣ ਦੇ ਬਾਵਜੂਦ ਵੀ ਨੀਚੇ ਨਹੀਂ ਗਿਰੂਗਾ। ਸਮਝੋ ਇਸ ਗੱਲ ਨੂੰ, ਬਾਲਟੀ ਉਲਟੀ ਹੋ ਗਈ ਪਰ ਪਾਣੀ ਫਿਰ ਵੀ ਨੀਚੇ ਨਹੀਂ ਗਿਰਨਾ ਜੇਕਰ H ਪੁਆਇੰਟ 'ਤੇ ਵੈਲੋਸਿਟੀ ਦੀ ਵੈਲਿਊ ਜੀ ਹੈ √GR ਤੋਂ ਵੱਧ ਹੈ, ਘੱਟੋ ਘੱਟ ਇਹਦੇ ਬਰਾਬਰ ਹੈ ਜਾਂ ਵੱਧ ਹੈ। ਹਾਂ, ਜੇ ਇਸ ਤੋਂ ਘੱਟ ਗਈ, ਜੇ ਕੀ ਹੋ ਗਿਆ ਉਲਟ ਹੋ ਗਿਆ, ਜਿਵੇਂ ਆਹ ਕੰਡੀਸ਼ਨ ਸੀਗੀ, ਠੀਕ ਹੈ। ਇੱਥੇ ਕੀ ਸੀਗਾ mg ਛੋਟਾ ਸੀ, ਦੇਖੋ mg ਛੋਟਾ ਹੈ VH ਸਕੁਏਅਰ ਅਪੋਨ R। ਜੇ mg ਵੱਡਾ ਹੋ ਜੇ, ਮੰਨ ਲਓ ਵੈਲੋਸਿਟੀ ਘੱਟ ਗਈ ਇਸ ਤੋਂ √GR ਤੋਂ ਵੈਲੋਸਿਟੀ ਘੱਟ ਗਈ, ਤਾਂ ਕੀ ਹੋਊਗਾ ਸਿਰਫ ਓਨਾ ਹੀ ਪਾਣੀ ਨਿਕਲੂਗਾ, ਓਨਾ ਹੀ ਪਾਣੀ ਇਹਦੇ ਵਿੱਚੋਂ ਜਿਹੜਾ ਹੈਗਾ ਬਾਲਟੀ ਦੇ ਵਿੱਚੋਂ ਨਿਕਲੂਗਾ ਜਿੰਨਾ ਕਿ ਮਤਲਬ ਜਿੰਨਾ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰਨ ਵਾਸਤੇ ਚਾਹੀਦਾ ਓਨਾ ਰਹਿ ਜੂਗਾ, ਅਤੇ ਬਾਕੀ ਕੀ ਹੈ ਬਾਲਟੀ ਉਹਦੇ ਵਿੱਚੋਂ mg - mVH ਸਕੁਏਅਰ ਅਪੋਨ R ਇੰਨਾ ਪਾਣੀ ਉਹਦੇ ਵਿੱਚੋਂ ਕੀ ਹੈ ਨਿਕਲ ਜੂਗਾ।
ਓਨਲੀ ਦਿਸ ਮਚ ਵਾਟਰ ਸ਼ੈਲ ਲੀਵ ਦਾ ਬਕਟ। ਸਾਰਾ ਪਾਣੀ ਫਿਰ ਵੀ ਨਹੀਂ ਨਿਕਲਦਾ ਹੈਗਾ, ਸਿਰਫ ਓਨਾ ਪਾਣੀ ਨਿਕਲੂਗਾ ਜਿਹਦੇ ਨਿਕਲਣ ਨਾਲ ਟੈਂਸ਼ਨ ਦੀ ਵੈਲਿਊ ਕੀ ਹੋ ਜੇ, ਸਹੀ ਹੋ ਜੇ, ਜਿਹਦੇ ਨਾਲ ਟੈਂਸ਼ਨ ਦੀ ਵੈਲਿਊ, ਕਿਉਂਕਿ ਦੇਖੋ ਇਸ ਪੁਆਇੰਟ 'ਤੇ ਕੀ ਹੋ ਰਿਹਾ, ਵੇਟ ਵੀ ਨੀਚੇ ਨੂੰ ਲੱਗ ਰਿਹਾ ਬੋਡੀ ਦਾ, ਅਤੇ ਟੈਂਸ਼ਨ ਦੀ ਵੈਲਿਊ ਵੀ ਕੀ ਹੈ, ਇਸੇ ਡਾਇਰੈਕਸ਼ਨ 'ਚ ਹੈ, ਵੇਟ ਵੀ ਇਸੇ ਡਾਇਰੈਕਸ਼ਨ 'ਚ ਹੈ ਅਤੇ ਟੈਂਸ਼ਨ ਵੀ ਹੈ। ਤਾਂ ਪਾਣੀ ਨਿਕਲਣ ਦੀ ਕੋਸ਼ਿਸ਼ ਕਰਦਾ ਨੀਚੇ ਨੂੰ। ਪਾਣੀ ਕਦ ਤੱਕ ਨਹੀਂ ਨਿਕਲਦਾ, ਜਦ ਤੱਕ mvh² ਦੀ ਵੈਲਿਊ mg ਤੋਂ ਜ਼ਿਆਦਾ ਰਹੂਗੀ, ਸੈਂਟਰੀਪੀਟਲ ਫੋਰਸ ਦੀ ਵੈਲਿਊ mg ਤੋਂ ਜ਼ਿਆਦਾ ਰਹੂਗੀ। ਠੀਕ ਹੈ, ਤਾਂ ਜੇਕਰ ਇਹ ਘਟ ਗਈ, mg ਜ਼ਿਆਦਾ ਹੋ ਗਿਆ, ਤਾਂ ਸਿਰਫ ਓਨਾ ਕਿ ਪਾਣੀ ਹੀ ਨਿਕਲੂਗਾ ਜਿਹਦੇ ਨਾਲ ਇਹ ਕੀ ਹੋ ਜਾਣ, ਬਰਾਬਰ ਹੋ ਜਾਣ, ਜਿਹਦੇ ਨਾਲ ਇਹ, ਕਿਉਂਕਿ mg ਵੱਡਾ ਹੈ ਤਾਂ ਹੀ ਨਿਕਲ ਰਿਹਾ ਪਾਣੀ, ਇੱਥੇ ਕਿਹਾ ਨਾ mg ਵੱਡਾ ਹੈ ਤਾਂ ਹੀ ਪਾਣੀ ਨਿਕਲ ਰਿਹਾ, ਤਾਂ ਓਨਾ ਹੀ ਪਾਣੀ ਨਿਕਲੂਗਾ ਜਦ ਤੱਕ ਇਹ ਬਰਾਬਰ ਨਹੀਂ ਹੋ ਜਾਂਦੇ। ਜਦੋਂ ਬਰਾਬਰ ਹੋ ਗਏ ਤਾਂ ਹੋਰ ਪਾਣੀ ਨਹੀਂ ਨਿਕਲੂਗਾ, ਸਾਰਾ ਪਾਣੀ ਮਤਲਬ ਫਿਰ ਵੀ ਨਹੀਂ ਨਿਕਲੂਗਾ। ਹੁਣ ਇੱਕ ਪਾਇਲਟ ਹੈ, ਤੁਸੀਂ ਜਿਹੜਾ ਆਪਣੇ ਕੋਲੇ ਫਾਈਟਰ ਪਾਇਲਟ ਹੁੰਦਾ ਸਾਡੇ ਕੋਲੇ, ਤਾਂ ਫਾਈਟਰ ਪਾਇਲਟ ਜਦੋਂ ਏਅਰਪਲੇਨ ਚਲਾਉਂਦਾ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਵਰਟੀਕਲ ਲੂਪ ਲੈਂਦਾ ਹੈ, ਉਹਦਾ ਕਦੇ ਆਪਣਾ ਜਿਹੜਾ ਪਲੇਨ ਹੈ ਉਹ ਪੁੱਠਾ ਵੀ ਹੋ ਜਾਂਦਾ ਹੈ। ਕੀ ਪਾਇਲਟ ਜਿਹੜਾ ਹੈਗਾ ਉਹ ਛੱਤ ਨਾਲ ਲੱਗ ਜਾਂਦਾ, ਫਿਰ ਉਹ ਜਦੋਂ ਪੁੱਠਾ ਉਹਨੂੰ ਗੋਲ ਚੱਕਰ 'ਚ ਘੁਮਾਉਂਦਾ, ਲੂਪ ਵਰਟੀਕਲ ਸਰਕਲ ਪੂਰੀ ਕਰਦਾ ਤਾਂ ਕਿ ਉਹ ਛੱਤ ਨਾਲ ਲੱਗ ਜਾਂਦਾ, ਠੀਕ ਹੈ, ਬਿਨਾਂ ਬੈਲਟ ਤੋਂ, ਬੈਲਟ ਨਾ ਵੀ ਬੰਨੀ ਹੋਵੇ ਤਾਂ ਨਹੀਂ ਲੱਗਦਾ। ਜੇਕਰ ਉਹਦੀ ਵੈਲੋਸਿਟੀ ਜਿਹੜੀ ਹੈਗੀ ਹੈ L ਪੁਆਇੰਟ 'ਤੇ, ਲੋਐਸਟ ਪੁਆਇੰਟ 'ਤੇ ਇੰਨੀ ਹੈ ਅਤੇ ਹਾਈਐਸਟ ਪੁਆਇੰਟ 'ਤੇ √GR ਹੈਗੀ ਹੈ, ਤਾਂ ਕਦੇ ਵੀ ਛੱਤ ਨਾਲ ਨਹੀਂ ਲੱਗੂਗਾ। ਇਸ ਤਰ੍ਹਾਂ ਹੀ ਸਰਕਸ ਦੇ ਵਿੱਚ ਤੁਸੀਂ ਦੇਖਿਆ ਹੋਊਗਾ, ਇੱਕ ਮੌਤ ਦਾ ਖੂਹ ਹੁੰਦਾ ਸੀ ਜਿਹਦੇ ਵਿੱਚ ਉਹ ਮੋਟਰਸਾਈਕਲ ਵਾਲਾ ਜਿਹੜਾ ਉਹ ਮੋਟਰਸਾਈਕਲ ਚਲਾਉਂਦਾ ਮੌਤ ਦੇ ਖੂਹ ਦੇ ਵਿੱਚ, ਵਰਟੀਕਲ ਸਰਕਲ ਦੇ ਵਿੱਚ, ਤਾਂ ਉਹ ਆਪਣਾ ਜਿਹੜਾ ਸਟੰਟ ਹੈ ਉਹ ਤਾਂ ਹੀ ਕਰ ਪਾਉਂਦਾ ਜੇਕਰ ਇਹ ਕੰਡੀਸ਼ਨ ਨੇ ਜਿਹੜੀਆਂ ਕਿ ਲੋਐਸਟ ਪੁਆਇੰਟ 'ਤੇ √5GR ਤੋਂ ਘੱਟੋ ਘੱਟ ਵੈਲੋਸਿਟੀ ਹੋਣੀ ਚਾਹੀਦੀ ਹੈ ਅਤੇ ਹਾਈਐਸਟ ਪੁਆਇੰਟ 'ਤੇ √GR ਜਿਹੜੀ ਹੈਗੀ ਉਹ ਵੈਲੋਸਿਟੀ ਹੋਣੀ ਚਾਹੀਦੀ ਹੈ। ਟੂ ਅਕਵਾਇਰ ਦਿਸ ਵੈਲੋਸਿਟੀ ਐਟ ਦਾ ਲੋਐਸਟ ਪੁਆਇੰਟ L, the vertical loop of the radius R has to be rolled down a vertical height। ਦੇਖੋ ਇਸ ਤਰ੍ਹਾਂ ਹੁੰਦਾ, ਇਹ ਸਰਕਸ ਦੇ ਵਿੱਚ ਹੁੰਦਾ ਕਿ ਮੋਟਰਸਾਈਕਲ ਵਾਲਾ ਇੱਥੋਂ ਭੱਜ ਕੇ ਆਉਂਦਾ ਅਤੇ ਇੱਥੇ ਇੱਕ ਵਰਟੀਕਲ ਸਰਕਲ ਬਣਿਆ ਹੁੰਦਾ, ਇਸ ਜਗ੍ਹਾ ਦੇ ਉੱਪਰ ਇੱਕ ਵਰਟੀਕਲ ਸਰਕਲ ਬਣਿਆ ਹੁੰਦਾ, ਤਾਂ ਉਸ ਨੂੰ ਵਰਟੀਕਲ ਸਰਕਲ ਪੂਰਾ ਕਰਨ ਵਾਸਤੇ ਕਿ L ਪੁਆਇੰਟ 'ਤੇ ਵੈਲੋਸਿਟੀ ਕਿੰਨੀ ਹੋ ਜੇ, √5GR ਘੱਟੋ ਘੱਟ ਹੋ ਜੇ, ਤਾਂ ਉਹਨੂੰ ਕਿੰਨੀ ਹਾਈਟ ਤੋਂ ਆਉਣਾ ਪਊਗਾ। ਤਾਂ ਉਹਦੇ ਵਾਸਤੇ ਤੁਹਾਨੂੰ ਦੱਸਿਆ ਆਹ ਫਾਰਮੂਲਾ ਲਗਾ ਕੇ v² - u² = 2as ਆਪਾਂ ਫਾਰਮੂਲਾ ਸੈਕਿੰਡ ਯੂਨਿਟ 'ਚ ਕੀਤਾ ਸੀਗਾ। u ਕੀ ਹੈ, ਇਨੀਸ਼ੀਅਲ ਵੈਲੋਸਿਟੀ 0 ਹੈ, ਐਕਸਲਰੇਸ਼ਨ ਕਿੰਨੇ ਐਕਸਲਰੇਸ਼ਨ ਨਾਲ ਨੀਚੇ ਆਊਗਾ, ਐਕਸਲਰੇਸ਼ਨ ਡੀ ਟੂ ਗ੍ਰੈਵਿਟੀ, ਕਿੰਨਾ ਡਿਸਟੈਂਸ ਤੈਅ ਕਰਨਾ ਇਹਨੂੰ ਆਪਾਂ ਨੇ, ਹਾਈਟ ਕਿੰਨੀ ਤੈਅ ਕਰ ਰਹੇ, ਤਾਂ v² = v² ਦੀ ਥਾਂ 'ਤੇ v ਆ ਗਿਆ, u ਦੀ ਥਾਂ 'ਤੇ 0 ਆ ਗਿਆ, 2a ਦੀ ਥਾਂ 'ਤੇ g ਆ ਗਿਆ, s ਦੀ ਥਾਂ 'ਤੇ h ਆ ਗਿਆ, ਤਾਂ v² ਬਰਾਬਰ ਹੈ 2gh, ਇੱਧਰੋਂ ਸਕੇਅਰ ਹਟਾ ਕੇ ਇੱਧਰ ਕੀ ਆ ਗਿਆ, √ ਆ ਗਿਆ। ਫੋਰ ਲੂਪਿੰਗ ਦਾ ਲੂਪ, ਵੀ ਇਹ ਚੱਕਰ ਪੂਰਾ ਕੱਟ ਸਕੇ ਉਹ ਮੋਟਰਸਾਈਕਲ, ਠੀਕ ਹੈ, ਬਿਨਾਂ ਨੀਚੇ ਗਿਰੇ, ਤਾਂ ਵੈਲੋਸਿਟੀ v ਅਕਵਾਇਰਡ ਐਟ L ਮਸਟ ਬੀ ਇਕੁਅਲ ਟੂ ਕਿੰਨੀ ਹੋਣੀ ਚਾਹੀਦੀ ਹੈ, √5g ਹੋਣੀ ਚਾਹੀਦੀ ਹੈ ਘੱਟੋ ਘੱਟ ਵੈਲੋਸਿਟੀ। ਤਾਂ ਦੋਹਾਂ ਨੂੰ ਬਰਾਬਰ ਰੱਖ ਲਿਆ, √ ਨਾਲ √ ਕੀ ਹੋ ਗਿਆ, ਕੈਂਸਲ ਹੋ ਗਿਆ, ਠੀਕ ਹੈ, g ਨਾਲ g ਕੈਂਸਲ ਹੋ ਗਿਆ, ਇੱਥੋਂ h ਦੀ ਵੈਲਿਊ ਕੱਢ ਲਈ 5r/2, ਮਤਲਬ ਜਿੰਨਾ r ਲੈਣਾ ਹੈ ਉਹ ਤੋਂ 2.5 ਗੁਣਾ ਹਾਈਟ ਹੋਣੀ ਚਾਹੀਦੀ ਹੈ, ਜਿੰਨਾ ਇਸ ਗੋਲੇ ਦਾ ਚੱਕਰ ਦਾ ਰੇਡੀਅਸ ਹੈ ਇਸ ਪੁਆਇੰਟ 'ਤੇ √5GR ਵੈਲੋਸਿਟੀ ਲਿਆਉਣ ਵਾਸਤੇ ਇਸ ਤੋਂ 2.5 ਗੁਣਾ ਉਚਾਈ ਤੋਂ ਮੋਟਰਸਾਈਕਲ ਨੂੰ ਕੀ ਆਉਣਾ ਪਊਗਾ, 2.5 ਗੁਣਾ 5/2 ਕੀ ਹੁੰਦਾ, 2.5 ਗੁਣਾ ਉਚਾਈ ਤੋਂ ਮੋਟਰਸਾਈਕਲ ਨੂੰ ਨੀਚੇ ਨੂੰ ਆਉਣਾ, ਨੀਚੇ ਉਤਰ ਕੇ ਆਉਣਾ ਪਊਗਾ, ਤਾਂ ਉਹ ਪੂਰਾ ਚੱਕਰ ਜਿਹੜਾ ਉਹ ਸਹੀ ਤਰੀਕੇ ਨਾਲ ਪੂਰਾ ਕੱਟ ਪਊਗਾ। ਜੇ ਨਹੀਂ ਇੰਨੀ ਹਾਈਟ ਤੋਂ ਆਊਗਾ ਤਾਂ ਮੋਟਰਸਾਈਕਲ ਵਿੱਚੋਂ ਕਿਤੋਂ ਵੀ ਨੀਚੇ ਗਿਰ ਜੂਗਾ, ਪੂਰਾ ਚੱਕਰ ਕਦੇ ਵੀ ਪੂਰਾ ਨਹੀਂ ਕਰੂਗਾ, ਠੀਕ ਹੈ। ਤਾਂ ਇਹ ਚੀਜ਼ਾਂ ਨੇ ਪ੍ਰੈਕਟੀਕਲ ਐਪਲੀਕੇਸ਼ਨ ਨੇ ਇਸ ਚੀਜ਼ ਦੀਆਂ। ਤਾਂ ਉਮੀਦ ਕਰਦਾ ਤੁਹਾਨੂੰ ਇਹ ਜਿਹੜਾ ਟੌਪਿਕ ਆ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਇਹਦੇ ਨਾਲ ਸਾਡਾ ਜਿਹੜਾ ਇਹ ਯੂਨਿਟ ਆ ਉਹ ਖਤਮ ਹੋ ਗਿਆ। ਇਸ ਤੋਂ ਬਾਅਦ ਆਪਣੇ ਕੋਲ ਯੂਨਿਟ ਨੰਬਰ 4 ਸ਼ੁਰੂ ਹੋ ਜਾਊਗਾ। ਤਾਂ ਇੱਕ ਆਪਣਾ ਕੰਮ ਜਿਹੜਾ ਹੈਗਾ ਨਾਲ ਨਾਲ ਪੂਰਾ ਕਰੀ ਚੱਲੋ, ਨਾਲ ਨਾਲ ਵੀਡੀਓ ਦੇਖ ਕੇ ਉਹਨੂੰ ਸਮਝੀ ਚੱਲੋ। ਥੈਂਕ ਯੂ।